ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਅਸੀਂ ਆਪਣੀ ਵੀਡੀਓ ਪੰਜਾਬੀ ਵਿੱਚ ਬਣਾਵਾਂਗੇ। ਇਹ ਤੁਸੀਂ ਟੋਕਰੀ ਦੇਖਦੇ ਪਏ ਹੋ, ਇਹ ਟੋਕਰੀ ਉਹ ਆ ਜਿਹਦੇ ਵਿੱਚ ਫਰੂਟ ਆਉਂਦਾ ਤੇ ਸਬਜ਼ੀਆਂ ਆਉਂਦੀਆਂ ਆ। ਤੇ ਇਸੇ ਟੋਕਰੀ ਨੂੰ ਅਸੀਂ ਸਬਜ਼ੀ ਲਾਉਣ ਵਾਸਤੇ ਦੁਬਾਰਾ ਤਿਆਰ ਕਰ ਰਹੇ ਹਾਂ। ਇਹਦੇ ਵਿੱਚ ਅੱਜ ਅਸੀਂ ਪਾਲਕ ਲਗਾਵਾਂਗੇ। ਪਾਲਕ ਦੋਸਤੋ ਸਾਡੇ ਕੋਲ ਪਹਿਲਾਂ ਵੀ ਦੋ ਟੋਕਰੀਆਂ ਲਾਈਆਂ ਹੋਈਆਂ ਨੇ ਪਾਲਕ ਦੀਆਂ, ਇੱਥੇ ਤੁਸੀਂ ਦੇਖ ਸਕਦੇ ਹੋ। ਤੇ ਇੱਕ ਸਾਹਮਣੇ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਵੀ ਟੋਕਰੀ ਪਾਲਕ ਦੀ ਹੈ। ਤਾਂ ਇਸ ਤਰ੍ਹਾਂ ਦੇ ਬੇਕਾਰ ਬਰਤਨ, ਇਸ ਤਰ੍ਹਾਂ ਦੀ ਬੇਕਾਰ ਟੋਕਰੀਆਂ ਤੁਹਾਡੇ ਕਦੋਂ ਕੰਮ ਆਉਣੀਆਂ ਨੇ। ਤੁਸੀਂ ਇਸ ਤਰ੍ਹਾਂ ਦੀਆਂ ਟੋਕਰੀਆਂ ਨੂੰ, ਬੇਕਾਰ ਬਰਤਨਾਂ ਨੂੰ ਆਪਣੇ ਕੰਮ ਵਿੱਚ ਲਿਆ ਸਕਦੇ ਹੋ। ਮਿੱਟੀ ਅਸੀਂ ਤਿਆਰ ਕਰ ਲਈ ਆ। ਮਿੱਟੀ ਵਿੱਚ ਅਸੀਂ ਕੀ ਕੀਤਾ ਆ, ਦੋ ਤਿੰਨ ਚੀਜ਼ਾਂ ਜਿਹੜੀਆਂ ਬਣਾਈਆਂ ਨੇ ਉਹ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਪਹਿਲੀ ਚੀਜ਼ ਅਸੀਂ ਮਿਲਾਈ ਆ ਜਿਹੜਾ ਮੱਝ ਦਾ ਅਤੇ ਗਾਂ ਦਾ ਗੋਹਾ ਹੁੰਦਾ, ਜਿਹਨੂੰ ਅਸੀਂ ਗੋਬਰ ਕਹਿੰਦੇ ਹਾਂ। ਗੋਬਰ ਤਾਂ ਖੈਰ ਅਸੀਂ ਨਹੀਂ ਮਿਲਾਇਆ, ਅਸੀਂ ਮਿਲਾਇਆ ਵਰਮੀ ਕੰਪੋਸਟ। ਮੈਂ ਤੁਹਾਨੂੰ ਦਿਖਾ ਦਿੰਦਾ ਹਾਂ ਵਰਮੀ ਕੰਪੋਸਟ ਇਹ ਜਿਹਾ ਹੁੰਦਾ ਹੈ। ਇਹ ਦੋਸਤੋ ਵਰਮੀ ਕੰਪੋਸਟ, ਦਰਅਸਲ ਵਰਮੀ ਕੰਪੋਸਟ ਵੀ ਗੋਬਰ ਹੀ ਹੁੰਦਾ ਹੈ। ਜਦੋਂ ਗੋਬਰ ਨੂੰ ਅਸੀਂ ਬਹੁਤ ਜ਼ਿਆਦਾ, ਇੱਕ ਹੱਦ ਤੋਂ ਜ਼ਿਆਦਾ ਗਲਾ ਦਿੰਦੇ ਹਾਂ ਤੇ ਇਹਨੂੰ ਅਸੀਂ ਵਰਮੀ ਕੰਪੋਸਟ ਕਹਿ ਸਕਦੇ ਹਾਂ। ਜਾਂ ਫਿਰ ਉਹ ਜਿਹੜੇ ਗਡੋਏ ਹੁੰਦੇ ਨੇ, ਕੈਚੂਏ ਹੁੰਦੇ ਨੇ, ਉਹਨਾਂ ਨੂੰ ਅਸੀਂ ਜਦੋਂ ਗੋਬਰ ਦੇ ਵਿੱਚ ਛੱਡ ਦਿੰਦੇ ਹਾਂ ਤੇ ਉਹ ਇਹਨੂੰ ਖਾਂਦੇ ਨੇ। ਗੋਬਰ ਨੂੰ ਜਿਹੜਾ ਉਹਦਾ ਫੁਜ਼ਲਾ ਹੁੰਦਾ ਆ ਉਹ ਫਿਰ ਵਰਮੀ ਕੰਪੋਸਟ ਦੀ ਸ਼ਕਲ ਇਖਤਿਆਰ ਕਰ ਲੈਂਦੀ ਆ। ਤੇ ਅਸੀਂ ਇਹਨੂੰ ਮਿੱਟੀ ਵਿੱਚ ਮਿਲਾਇਆ ਹੈ। ਦੋਸਤੋ ਜਿਹੜੀਆਂ ਵੀ ਪੱਤਿਆਂ ਵਾਲੀਆਂ ਸਬਜ਼ੀਆਂ ਹੁੰਦੀਆਂ ਆ, ਖਾਸ ਕਰ ਜਿੱਦਾਂ ਇਹ ਪਾਲਕ ਆ, ਪਾਲਕ ਵਾਸਤੇ ਤੁਹਾਨੂੰ ਹੋਰ ਕਿਸੇ ਖਾਦ ਦੀ ਜ਼ਰੂਰਤ ਨਹੀਂ ਪਏਗੀ। ਸਿਰਫ ਔਰ ਸਿਰਫ ਵਰਮੀ ਕੰਪੋਸਟ ਜਾਂ ਗਾਂ ਦਾ ਗੋਹਾ ਜਾਂ ਫਿਰ ਮੱਝ ਦਾ ਗੋਹੇ ਦੀ ਜ਼ਰੂਰਤ ਪਏਗੀ। ਕਿਉਂਕਿ ਪੱਤਿਆਂ ਵਾਲੀ ਸਬਜ਼ੀਆਂ ਜਿੰਨੀਆਂ ਵੀ ਹੁੰਦੀਆਂ, ਇਹਨੂੰ ਨਾਈਟ੍ਰੋਜਨ ਦੀ ਹੀ ਜ਼ਰੂਰਤ ਹੁੰਦੀ ਆ, ਹੋਰ ਕਿਸੇ ਕਿਸਮ ਦੇ ਖਾਦ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂਕਿ ਇਬਤਦਾਈ ਸਟੇਜ ਦੇ ਵਿੱਚ ਦੋਸਤੋ ਇਹਨੂੰ ਹੁੰਦੀ ਹੈ ਜ਼ਰੂਰਤ ਜਿਸ ਖਾਦ ਦੀ, ਉਹ ਹੁੰਦੀ ਹੈ DAP ਯਾਨੀ ਡਾਈ ਅਮੋਨੀਅਮ ਫਾਸਫੇਟ। ਇਬਤਦਾਈ ਸਟੇਜ ਤੇ ਫਾਸਫੋਰਸੀ ਖਾਦ ਦੀ ਹਰ ਬੂਟੇ ਨੂੰ ਜ਼ਰੂਰਤ ਹੁੰਦੀ ਆ। ਅਗਰ ਬੂਟੇ ਦਾ ਜੜ੍ਹਾਂ ਵਾਲਾ ਸਿਸਟਮ ਮਜ਼ਬੂਤ ਨਹੀਂ ਹੋਏਗਾ, ਤਕੜਾ ਨਹੀਂ ਹੋਏਗਾ, ਤੇ ਫਿਰ ਪੌਦਾ ਵੀ ਤਕੜਾ ਨਹੀਂ ਹੋਏਗਾ। ਇਸ ਲਈ ਦੋਸਤੋ ਜਦੋਂ ਵੀ ਤੁਸੀਂ ਕਿਸੇ ਵੀ ਸਬਜ਼ੀ ਵਾਸਤੇ ਮਿੱਟੀ ਬਣਾਓ ਤੇ ਫਾਸਫੋਰਸੀ ਖਾਦ ਦਾ ਇਸਤੇਮਾਲ ਲਾਜ਼ਮੀ ਕਰੋ। ਜਦੋਂ ਤੁਸੀਂ ਗਾਏ ਦਾ ਗੋਬਰ ਜਾਂ ਫਿਰ ਮੱਝ ਦਾ ਗੋਬਰ ਆਪਣੀ ਮਿੱਟੀ ਵਿੱਚ ਮਿਲਾਉਂਦੇ ਹੋ, ਤੁਹਾਨੂੰ ਫਿਰ ਅਲੱਗਾ ਤੋਂ ਫਾਸਫੋਰਸੀ ਖਾਦ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਕਿਉਂਕਿ ਜਿੰਨੀਆਂ ਵੀ 17 ਦੀਆਂ 17 ਖਾਦਾਂ ਹੁੰਦੀਆਂ ਆ ਉਹ ਸਾਰੀਆਂ ਦੀਆਂ ਸਾਰੀਆਂ ਇਸ ਗਾਂ ਦੇ ਗੋਹੇ ਦੇ ਵਿੱਚ ਮੌਜੂਦ ਹੁੰਦੀਆਂ ਆ। ਖਾਸ ਕਰ ਫਾਸਫੋਰਸ, ਨਾਈਟ੍ਰੋਜਨ, ਕੈਲਸ਼ੀਅਮ, ਪੋਟਾਸ਼ੀਅਮ ਤੇ ਇਸ ਤੋਂ ਇਲਾਵਾ ਛੋਟੇ ਛੋਟੇ ਜਿਹੜੇ ਮੈਕਰੋ ਨਿਊਟ੍ਰੀਐਂਟ ਹੁੰਦੇ ਆ, ਜਿਹੜੇ ਪੌਦੇ ਦੇ ਉੱਤੇ ਫਰੂਟ ਲਿਆਉਣ ਦਾ ਕੰਮ ਕਰਦੇ ਨੇ, ਉਹ ਸਾਰੇ ਦੇ ਸਾਰੇ ਇਸ ਖਾਦ ਵਿੱਚ ਮੌਜੂਦ ਹੁੰਦੇ ਆ। ਗਾਂ ਦਾ ਗੋਹਾ ਅਤੇ ਮੱਝ ਦਾ ਗੋਹਾ ਅੱਲਾਹ ਤਾਲਾ ਦਾ ਉਹ ਬਹੁਤ ਸਭ ਤੋਂ ਬੜਾ ਤੋਹਫਾ ਆ, ਜਿਹੜਾ ਕਿਸੇ ਹੋਰ ਖਾਦ ਵਿੱਚ ਨਹੀਂ ਮਿਲਦਾ। ਕਿਉਂਕਿ ਕੋਈ ਵੀ ਖਾਦ ਤੁਸੀਂ ਅਲੱਗ ਤੋਂ ਪਾਉਂਦੇ ਆ, ਜਾਂ ਤਾਂ ਨਾਈਟ੍ਰੋਜਨ ਇਕੱਲੀ ਹੋਏਗੀ, ਜਾਂ ਫਿਰ ਫਾਸਫੋਰਸ ਇਕੱਲੀ ਹੋਏਗੀ, ਜਾਂ ਫਿਰ ਉਸ ਖਾਦ ਵਿੱਚ ਪੋਟਾਸ਼ ਇਕੱਲੀ ਹੋਏਗੀ। ਇਹ ਐਸੀ ਖਾਦ ਆ ਜਿਹਦੇ ਵਿੱਚ 17 ਦੇ 17 ਖਾਦ ਦੇ ਜਿਹੜੇ ਨਿਊਟ੍ਰੀਐਂਟ ਹੁੰਦੇ ਉਹ ਮੌਜੂਦ ਹੁੰਦੇ ਨੇ। ਦੋਸਤੋ ਇਹ ਤੁਸੀਂ ਦੇਖਦੇ ਪਏ ਹੋ ਮਿੱਟੀ ਦੇ ਵਿੱਚ ਛੋਟੇ ਛੋਟੇ ਖੱਡੇ ਅਸੀਂ ਬਣਾ ਦਿੱਤੇ ਆ। ਖੱਡੇ ਇਸ ਕਰਕੇ ਬਣਾਏ ਆ, ਜਿਹੜੇ ਅਸੀਂ ਪਾਲਕ ਦੇ ਬੀਜ ਲਾਵਾਂਗੇ ਉਹ ਇਹਨਾਂ ਖੱਡਿਆਂ ਵਿੱਚ ਸੁੱਟਾਂਗੇ। ਤੇ ਬੀਜ ਜਿਹੜੇ ਆ ਕੱਲਾ ਕੱਲਾ ਦਾਣਾ ਜਾਂ ਦੋ ਦੋ ਦਾਣੇ ਅਸੀਂ ਲਾਵਾਂਗੇ। ਦੋ ਦੋ ਦਾਣੇ ਇਸ ਕਰਕੇ ਲਾਏ ਜਾਂਦੇ ਆ ਕਿ ਬਾਅਦ ਔਕਾਤ ਇੱਕ ਬੀਜ ਜਦੋਂ ਲਾਉਂਦੇ ਆ, ਤੁਸੀਂ ਇਕੱਲਾ ਬੀਜ ਲਾਉਂਦੇ ਆ ਤੇ ਉਹ ਉੱਗਦਾ ਨਹੀਂ। ਅਗਰ ਦੋ ਬੀਜ ਸੁੱਟਾਂਗੇ ਤਾਂ ਸਾਡੇ ਕੋਲ ਚਾਂਸ ਹੋਣਗੇ ਕਿ ਦੂਸਰਾ ਬੀਜ ਇਹਦੀ ਜਗ੍ਹਾ ਉੱਗ ਪਵੇ। ਤੇ ਇਸ ਕਰਕੇ ਅਸੀਂ ਇੱਕ ਤੋਂ ਜ਼ਿਆਦਾ ਬੀਜ ਲਾਵਾਂਗੇ। ਇਹ ਪਹਿਲੀ ਵਾਰੀ ਮੈਂ ਦੋਸਤੋ ਇਸ ਤਰ੍ਹਾਂ ਪਾਲਕ ਦੇ ਬੀਜ ਲਾ ਰਿਹਾ ਹਾਂ। ਪਹਿਲਾਂ ਮੈਂ ਖਾਲੀਆਂ ਉੱਤੇ ਲਾਉਂਦਾ ਸੀ, ਜਾਂ ਫਿਰ ਇਹਦੀਆਂ ਵੱਟਾਂ ਬਣਾ ਕੇ ਛੋਟੀਆਂ ਛੋਟੀਆਂ ਮਿੱਟੀ ਇੱਕ ਜਗ੍ਹਾ ਇਕੱਠੀ ਕਰ ਲੈਂਦੇ ਹਾਂ। ਮਿੱਟੀ ਇਕੱਠੀ ਕਰਕੇ ਉਹਦੇ ਉੱਤੇ ਅਸੀਂ ਪਾਲਕ ਦੇ ਬੀਜ ਲਾ ਦਿੰਦੇ ਹਾਂ। ਦੋਸਤੋ ਤੁਸੀਂ ਅਗਰ ਪਾਲਕ ਲਾਉਣੀ ਆ ਤੇ ਜਿਹੜਾ ਟਾਈਮ ਜਾਂਦਾ ਪਿਆ ਆ, ਬਹੁਤ ਹੀ ਅੱਛਾ ਟਾਈਮ ਆ। ਤੁਸੀਂ ਇਸ ਟਾਈਮ 'ਤੇ ਦੇਸੀ ਸੀਡ ਵੀ ਲਾ ਸਕਦੇ ਹੋ, ਕਿਉਂਕਿ ਹਾਈਬ੍ਰਿਡ ਸੀਡ ਅਗਰ ਤੁਸੀਂ ਗਰਮੀਆਂ ਵਿੱਚ ਪਾਲਕ ਉਗਾਉਂਦੇ ਹੋ ਤੇ ਉਹਦੇ ਵਾਸਤੇ ਬਹੁਤ ਹੀ ਸੂਟੇਬਲ ਹੁੰਦੇ ਨੇ। ਕਿਉਂਕਿ ਜਿਹੜੇ ਹਾਈਬ੍ਰਿਡ ਸੀਡ ਹੁੰਦੇ ਆ ਉਹਨਾਂ ਵਿੱਚ ਕੁਵਤੇ ਮੁਦਾਫੀਅਤ ਜ਼ਿਆਦਾ ਹੁੰਦੀ ਆ, ਉਹਨਾਂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਜ਼ਿਆਦਾ ਹੁੰਦੀ ਆ। ਤੇ ਤੁਸੀਂ ਦੋਸਤੋ ਅਗਰ ਹੁਣ ਬੀਜ ਲਾਉਣੇ ਆ, ਹੁਣ ਤੁਸੀਂ ਦੇਸੀ ਬੀਜ ਵੀ ਪਾਲਕ ਦੇ ਲਾ ਸਕਦੇ ਆ। ਅਗਰ ਤੁਸੀਂ ਜ਼ਿਆਦਾ ਗਰਮੀ ਵਿੱਚ ਪਾਲਕ ਦੇ ਬੀਜ ਲਾ ਰਹੇ ਹੋ ਤੇ ਫਿਰ ਤੁਸੀਂ ਹਾਈਬ੍ਰਿਡ ਬੀਜ ਲਾ ਸਕਦੇ ਹੋ। ਤਾਂ ਇਸ ਤਰ੍ਹਾਂ ਕਰਕੇ ਤੁਸੀਂ ਪਾਲਕ ਨੂੰ ਉਗਾ ਸਕਦੇ ਹੋ। ਦੋਸਤੋ ਜਿਹੜੀ ਅਸੀਂ ਸਰਦੀਆਂ ਵਿੱਚ ਸਾਡੇ ਵੱਡੇ ਪਾਲਕ ਜਾਂ ਸਬਜ਼ੀਆਂ ਲਸਣ ਦੇ ਨਾਲ ਲਾਉਂਦੇ ਸੀ ਤੇ ਉਹ ਸਾਲ ਵਿੱਚ ਇੱਕ ਦਫਾ ਹੀ ਲਾਉਂਦੇ ਸੀ, ਤੇ ਹੁਣ ਵਕਤ ਉਹ ਨਹੀਂ ਰਿਹਾ। ਸਾਡੀਆਂ ਜ਼ਰੂਰਤਾਂ ਵੱਧ ਗਈਆਂ ਨੇ। ਜ਼ਰੂਰਤਾਂ ਦੇ ਨਾਲ ਨਾਲ ਦੋਸਤੋ ਸਾਡੇ ਕੋਲ ਬੀਜ ਵੀ ਅਜਿਹੇ ਆ ਗਏ ਨੇ ਕਿ ਤੁਸੀਂ ਉਹਨੂੰ ਸਾਲ ਦੇ ਕਿਸੇ ਵੀ ਮਹੀਨੇ ਦੇ ਵਿੱਚ ਉਗਾ ਸਕਦੇ ਆ। ਮੈਨੂੰ ਲੱਗਦਾ ਆ ਕਿ ਉਹ ਬੀਜ ਉਦੋਂ ਵੀ ਉੱਗ ਪੈਂਦੇ ਹੋਣਗੇ ਜਿੱਦਾਂ ਪਾਲਕ ਦਾ ਬੀਜ ਆ। ਇਹ ਤਾਂ ਤੁਸੀਂ ਸਾਲ ਦੇ ਕਿਸੇ ਵੀ ਮਹੀਨੇ ਦੇ ਵਿੱਚ ਉਗਾ ਸਕਦੇ ਹੋ। ਲੇਕਿਨ ਸਾਡੇ ਵੱਡੇ ਕੀ ਕਰਦੇ ਸੀ, ਉਹ ਇਹਨਾਂ ਬੀਜਾਂ ਨੂੰ ਉਗਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸੀ। ਸ਼ਾਇਦ ਉਹ ਸਮਝਦੇ ਸੀ ਕਿ ਪਾਲਕ ਜਿਹੜੀ ਆ ਉਹ ਸਾਲ ਦੇ ਵਿੱਚ ਇੱਕ ਵਾਰੀ ਹੀ ਉਗਾਈ ਜਾਂਦੀ ਹੈ। ਮਿੱਤਰੋ ਤੁਸੀਂ ਦੇਖਦੇ ਪਏ ਹੋ ਇਹ ਕਈ ਜਗ੍ਹਾ ਦੇ ਉੱਤੇ ਇੱਕ ਤੋਂ ਜ਼ਿਆਦਾ ਬੀਜ ਡਿੱਗ ਪਏ ਨੇ।
ਇਹੀ ਵਜ੍ਹਾ ਹੁੰਦੀ ਹੈ ਕਿ ਜਦੋਂ ਅਸੀਂ ਬਰੀਕ ਬੀਆਂ ਵਾਲੀ ਸਬਜ਼ੀਆਂ ਨੂੰ ਲਾਉਂਦੇ ਹਾਂ ਤੇ ਉਹਨਾਂ ਦੀ ਪਹਿਲਾਂ ਪਨੀਰੀ ਤਿਆਰ ਕਰਦੇ ਹਾਂ। ਐਸੀ ਸਬਜ਼ੀਆਂ ਜਿਨ੍ਹਾਂ ਦੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਆ ਉਹਨਾਂ ਦੇ ਬੀਜ ਅਕਸਰ ਨਿੱਕੇ ਹੁੰਦੇ ਨੇ, ਮਤਲਬ ਉਹਨਾਂ ਦਾ ਸਾਈਜ਼ ਬਹੁਤ ਹੀ ਛੋਟਾ ਹੁੰਦਾ ਆ, ਜਿਹਦੀ ਵਜ੍ਹਾ ਨਾਲ ਉਹਨਾਂ ਦੀ ਪਹਿਲਾਂ ਪਨੀਰੀ ਤਿਆਰ ਕਰਨੀ ਪੈਂਦੀ ਆ। ਇਹਦੀ ਵਜ੍ਹਾ ਇਹ ਹੁੰਦੀ ਆ ਕਿ ਅਗਰ ਤੁਸੀਂ ਇੱਕ ਇੱਕ ਬੀਜ ਉਠਾ ਕੇ, ਜਿੱਦਾਂ ਪਿਆਜ਼ ਦਾ ਬੀਜ ਆ, ਤੁਸੀਂ ਉਹਨੂੰ ਇੱਕ ਇੱਕ ਨੂੰ ਚੱਕ ਕੇ ਲਾਉਣਾ ਚਾਹੋ ਤੇ ਨਹੀਂ ਲਾ ਸਕਦੇ। ਤੁਹਾਡੀ ਚੁੰਡੀ ਵਿੱਚ ਜਾਂ ਮੁੱਠ ਦੇ ਵਿੱਚ ਇੱਕ ਤੋਂ ਜ਼ਿਆਦਾ ਬੀਜ ਆਉਣਗੇ। ਤਾਂ ਇਸ ਕਰਕੇ ਦੋਸਤੋ ਉਹਨਾਂ ਪੌਦਿਆਂ ਦੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਬੀਜ ਬਿਲਕੁਲ ਹੀ ਛੋਟੇ ਹੁੰਦੇ ਆ, ਜਿੱਦਾਂ ਟਮਾਟਰ ਆ ਜਾਂ ਫਿਰ ਦੋਸਤੋ ਇਹ ਬੈਂਗਣ ਆ, ਜਿਹਨੂੰ ਅਸੀਂ ਬਤਾਊਂ ਵੀ ਕਹਿੰਦੇ ਆ। ਅਤੇ ਇਹਨਾਂ ਤਮਾਮ ਪੌਦਿਆਂ ਦੀ, ਗੋਭੀ ਵੀ ਉਹਦੇ ਵਿੱਚ ਹੀ ਆਉਂਦੀ ਆ, ਅਤੇ ਗੋਭੀ ਦੀ ਵੀ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਆ ਕਿਉਂਕਿ ਇਹਨਾਂ ਦੇ ਬੀਜਾਂ ਦਾ ਜਿਹੜਾ ਸਾਈਜ਼ ਹੁੰਦਾ ਬਹੁਤ ਹੀ ਛੋਟਾ ਹੁੰਦਾ ਆ। ਤੁਸੀਂ ਦੇਖਦੇ ਪਏ ਹੋ ਬੀਜ ਅਸੀਂ ਲਾ ਦਿੱਤੇ ਆ। ਅਤੇ ਪਾਲਕ ਇੱਦਾਂ ਦਾ ਬੂਟਾ ਆ ਕਿ ਅਗਰ ਇੱਕ ਹੀ ਬੂਟਾ ਇੱਦਾਂ ਦੇ ਗਮਲੇ ਵਿੱਚ ਹੋਵੇ ਅਤੇ ਇੱਕ ਹੀ ਬੂਟਾ ਝਾੜ ਬਹੁਤ ਦਿੰਦਾ ਆ। ਇਹਦਾ ਜਿਹੜਾ ਪੌਦਾ ਹੁੰਦਾ ਆ ਉਹ ਕਾਫੀ ਬੜਾ ਹੋ ਜਾਂਦਾ ਆ, ਇੱਕ ਝਾੜੀ ਦੀ ਸ਼ਕਲ ਇਖਤਿਆਰ ਕਰ ਲੈਂਦਾ ਆ। ਪਾਲਕ ਦੇ ਜਿਹੜੇ ਬੀਜ ਆ ਜ਼ਿਆਦਾ ਲਾਉਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਅਸੀਂ ਕਿਚਨ ਗਾਰਡਨਿੰਗ ਕਰਦੇ ਹਾਂ ਅਤੇ ਕਿਚਨ ਗਾਰਡਨਿੰਗ ਦੇ ਵਿੱਚ ਬਹੁਤ ਸਾਰੇ ਮਸਲਿਆਂ ਦਾ ਸਾਹਮਣਾ ਕਰਨਾ ਪੈਂਦਾ ਆ। ਜਿਹੜੀ ਫੰਗਸ ਆ ਉਹ ਮਿੱਟੀ ਦੇ ਵਿੱਚ ਹਰ ਟਾਈਮ ਮੌਜੂਦ ਰਹਿੰਦੀ ਆ। ਫੰਗਸ ਹੀ ਬੀਜ ਦੀ ਦੁਸ਼ਮਣ ਆ ਅਤੇ ਪੌਦਿਆਂ ਦੀ ਦੁਸ਼ਮਣ ਆ, ਅਤੇ ਇਸ ਕਰਕੇ ਸਾਨੂੰ ਇੱਕ ਤੋਂ ਜ਼ਿਆਦਾ ਬੀਜ ਲਾਉਣੇ ਪੈਂਦੇ ਆ। ਅਗਰ ਇਹੀ ਬੀਜ ਤੁਸੀਂ ਕਿਸੇ ਖੇਤ ਵਿੱਚ ਲਾਵੋ ਅਤੇ ਕਿਸੇ ਜ਼ਮੀਨ ਦੇ ਵਿੱਚ ਲਾਵੋ ਅਤੇ ਇਹ ਬੀਜ ਜਿਹੜੇ ਆ ਨਾ ਬਹੁਤ ਘੱਟ ਲੱਗਣਗੇ। ਹੁਣ ਮਿੱਤਰੋ ਬਹੁਤ ਹੀ ਅਹਿਮ ਮਰਹਲਾ ਸ਼ੁਰੂ ਹੁੰਦਾ ਆ, ਉਹ ਇਹ ਆ ਕਿ ਅਸੀਂ ਬੀਜ ਨੂੰ ਕਿੱਦਾਂ ਢੱਕਣਾ ਆ। ਬੀਜ ਨੂੰ ਅਸੀਂ ਹਲਕੀ ਮਿੱਟੀ ਨਾਲ ਢੱਕ ਸਕਦੇ ਹਾਂ, ਰੇਤੇ ਨਾਲ ਢੱਕ ਸਕਦੇ ਹਾਂ, ਅਤੇ ਸਭ ਤੋਂ ਵੱਡਾ ਜਿਹੜਾ ਇਹਨੂੰ ਢੱਕਣ ਦਾ ਜ਼ਰੀਆ ਆ ਉਹ ਆ ਦੋਸਤੋ ਜਿਹੜਾ ਹੁੰਦਾ ਗੋਬਰ ਡੀਕੰਪੋਜ਼ ਕੀਤਾ ਹੋਇਆ ਜਾਂ ਫਿਰ ਵਰਮੀ ਕੰਪੋਸਟ। ਇਹ ਬਹੁਤ ਹੀ ਹਲਕਾ ਹੁੰਦਾ ਆ। ਅਗਰ ਤੁਹਾਡੇ ਕੋਲ ਕੋਕੋਪਿਟ ਨਹੀਂ ਹੈਗੀ, ਕੋਕੋਪਿਟ ਜਿਹੜੀ ਆ ਇਹ ਬਹੁਤ ਮਹਿੰਗੀ ਆ ਅਤੇ ਤੁਸੀਂ ਇਹਨੂੰ ਹਰ ਪੌਦੇ ਵਾਸਤੇ ਨਹੀਂ ਖਰੀਦ ਸਕਦੇ। ਇਹ ਜਿਹੜੀ ਆਮ ਜੀ ਸਬਜ਼ੀ ਆ ਪਾਲਕ ਵਾਸਤੇ ਤੁਸੀਂ ਇਹ ਜਿਹੀਆਂ ਮਟੀਰੀਅਲ ਨੂੰ ਇਸਤੇਮਾਲ ਕਰਕੇ ਬਹੁਤ ਅੱਛਾ ਉਗਾਓ ਅਤੇ ਝਾੜ ਲੈ ਸਕਦੇ ਹੋ। ਤੁਸੀਂ ਦੇਖਿਆ ਹੋਣਾ ਅਗਰ ਤੁਹਾਡੀ ਉਮਰ 30 ਤੋਂ 35 ਸਾਲ ਆ, ਅਗਰ ਤੁਸੀਂ ਜ਼ਿਮੀਂਦਾਰੀ ਨਾਲ ਜੁੜੇ ਰਹੇ ਹੋਵੋਗੇ ਅਤੇ ਤੁਹਾਨੂੰ ਪਤਾ ਹੋਣਾ ਸਾਡੇ ਵੱਡੇ ਜਦੋਂ ਕਣ ਲਾਉਂਦੇ ਸੀ ਗੰਢਿਆਂ ਦਾ ਅਤੇ ਉਹਦੇ ਉੱਤੇ ਨਾ ਸੁਆਹ ਖਿਲਾਰਦੇ ਸੀ। ਸੁਆਹ ਖਿਲਾਰਨ ਦਾ ਮਕਸਦ ਹੀ ਇਹ ਹੁੰਦਾ ਸੀ ਕਿ ਸੁਆਹ ਜਿਹੜੀ ਆ ਉਹ ਬੜੀ ਹਲਕੀ ਹੁੰਦੀ ਸੀ ਕਿਉਂਕਿ ਉਹਦਾ ਵਜ਼ਨ ਬਹੁਤ ਘੱਟ ਹੁੰਦਾ ਸੀ। ਦੂਸਰੀ ਉਹਦੀ ਵਜ੍ਹਾ ਇਹ ਹੁੰਦੀ ਸੀ ਸੁਆਹ ਖਿਲਾਰਨ ਦੀ ਕਿ ਉਹਦੇ ਵਿੱਚ ਬਿਮਾਰੀਆਂ ਜਿਹੜੀਆਂ ਲੱਗਦੀਆਂ ਬੀਜ ਨੂੰ, ਉਹ ਬਿਮਾਰੀਆਂ ਨੂੰ ਮਹਿਫੂਜ਼ ਰੱਖਦੀ ਸੀ ਅਤੇ ਕੀੜੇ ਮਕੌੜੇ ਜਿਹੜੇ ਹੁੰਦੇ ਸੀ ਉਹਨਾਂ ਨੂੰ ਵੀ ਬੀਜ ਚੱਕਣ ਤੋਂ ਰੋਕਦੀ ਸੀ। ਦੋਸਤੋ ਗਾਂ ਦਾ ਗੋਹਾ ਹੋਵੇ ਜਾਂ ਮੱਝ ਦਾ ਗੋਹਾ, ਇਹਦੇ ਵਿੱਚ ਜਿਹੜੀ ਫੰਗਸ ਹੁੰਦੀ ਆ ਉਹ ਬਹੁਤ ਜ਼ਿਆਦਾ ਐਕਟਿਵ ਹੁੰਦੀ ਆ ਅਤੇ ਇਹਨੂੰ ਰੋਕਣ ਵਾਸਤੇ ਤੁਸੀਂ ਹੁਣ ਵੀ ਇਹਦੇ ਉੱਤੇ ਸੁਆਹ ਦਾ ਛਿੜਕਾਓ ਕਰ ਸਕਦੇ ਹੋ ਤਾਂ ਕਿ ਪੌਦੇ ਜਿਹੜੇ ਆ ਉਹ ਫੰਗਸ ਅਤੇ ਉੱਲੀ ਤੋਂ ਮਹਿਫੂਜ਼ ਰਹਿਣ। ਦੋਸਤੋ ਸਾਡਾ ਇਹ ਗਮਲਾ ਤਿਆਰ ਹੈ ਅਤੇ ਅਸੀਂ ਹੁਣ ਇਹਨੂੰ ਪਾਣੀ ਦੇਵਾਂਗੇ। ਪਾਣੀ ਦੋਸਤੋ ਤੁਸੀਂ ਇੰਨਾ ਹੀ ਦੇਣਾ ਹੈ ਕਿ ਮਿੱਟੀ ਗਿੱਲੀ ਹੋ ਸਕੇ। ਬਾਰਿਸ਼ ਕੱਲ੍ਹ ਪਰਸੋਂ ਹੋਈ ਆ ਜਿਹਦੀ ਵਜ੍ਹਾ ਨਾਲ ਮਿੱਟੀ ਹਜੇ ਤੱਕ ਗਿੱਲੀ ਪਈ ਆ ਅਤੇ ਪਾਣੀ ਬਿਲਕੁਲ ਤੁਸੀਂ ਫੁਹਾਰੇ ਨਾਲ ਦੇਣਾ ਹੈ ਅਤੇ ਥੋੜ੍ਹਾ ਦੇਣਾ ਆ। ਪਾਣੀ ਦੇਣ ਤੋਂ ਪਹਿਲਾਂ ਤੁਸੀਂ ਜਿਹੜਾ ਫੁਹਾਰਾ ਆ ਉਹਦੀ ਨੋਜ਼ਲ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ। ਇਹਦਾ ਜਿਹੜਾ ਮੂੰਹ ਆ ਕਿਤੇ ਅੱਗਿਓਂ ਜ਼ਿਆਦਾ ਤੰਗ ਤਾਂ ਨਹੀਂ। ਤੰਗ ਮੂੰਹ ਨਾਲ ਅਗਰ ਪਾਣੀ ਦੇਵੋਗੇ ਅਤੇ ਪਾਣੀ ਜਿਹੜਾ ਆ ਕਤਰਿਆਂ ਦੀ ਸ਼ਕਲ ਦੇ ਵਿੱਚ ਇਹਦੇ ਬੀਜ ਉੱਤੇ ਡਿੱਗੇਗਾ ਅਤੇ ਜਿਹਦੀ ਵਜ੍ਹਾ ਨਾਲ ਆਲੇ ਦੁਆਲੇ ਦੀ ਜਿਹੜੀ ਮਿੱਟੀ ਆ ਉਹ ਬੀਜਾਂ ਦੇ ਉੱਤੇ ਆ ਸਕਦੀ ਆ। ਅਤੇ ਇਸ ਕਰਕੇ ਤੁਸੀਂ ਇਹਦੀ ਫੁਹਾਰ ਨੂੰ ਥੋੜ੍ਹਾ ਜਿਹਾ ਖੋਲ੍ਹ ਲੈਣਾ ਆ, ਬਹੁਤ ਹੀ ਥੋੜ੍ਹਾ ਪਾਣੀ ਦੇਣਾ ਆ। ਇਸ ਤਰ੍ਹਾਂ ਕਰਕੇ ਤੁਸੀਂ ਪਾਣੀ ਦੇ ਸਕਦੇ ਹੋ ਅਤੇ ਇੱਕ ਤੋਂ ਜ਼ਿਆਦਾ ਵਾਰ ਤੁਸੀਂ ਪਾਣੀ ਦਿਓ। ਪਹਿਲੀ ਵਾਰੀ ਤੁਸੀਂ ਪਾਣੀ ਦਿਓ ਅਤੇ ਥੋੜ੍ਹਾ ਦਿਓ ਅਤੇ ਜਿੱਦਾਂ ਹੀ ਮਿੱਟੀ ਆਪਣੀ ਜਗ੍ਹਾ 'ਤੇ ਸੈੱਟ ਹੋ ਜਾਵੇ ਅਤੇ ਤੁਸੀਂ ਘੰਟੇ 2 ਘੰਟਿਆਂ ਬਾਅਦ ਦੁਬਾਰਾ ਪਾਣੀ ਦਿਓ ਤਾਂ ਕਿ ਇਹ ਜਿਹੜੇ ਆਪਾਂ ਬੀਜ ਲਾਏ ਆ ਇਹ ਉੱਪਰ ਨਾ ਆਉਣ। ਤੁਸੀਂ ਦੇਖਿਆ ਹੋਣਾ ਬੀਜ ਜਿਹੜੇ ਆ ਜ਼ਿਆਦਾ ਪਾਣੀ ਦੇਣ ਨਾਲ ਉੱਪਰ ਆ ਜਾਂਦੇ ਆ। ਉਹਦੇ ਉੱਪਰ ਆਉਣ ਦੀ ਇਹੀ ਵਜ੍ਹਾ ਹੁੰਦੀ ਆ ਕਿ ਉਹਦੇ ਉੱਤੇ ਮਿੱਟੀ ਘੱਟ ਪਾਈ ਹੁੰਦੀ ਆ। ਮਿੱਟੀ ਅਸੀਂ ਇਸ ਕਰਕੇ ਘੱਟ ਪਾਉਂਦੇ ਹਾਂ ਕਿ ਇਹ ਬੀਜ ਦੇ ਉੱਤੇ ਜਿਹੜਾ ਵਜ਼ਨ ਨਾ ਆਵੇ ਅਤੇ ਬਹੁਤ ਤੁਹਾਨੂੰ ਨਰਮੀ ਨਾਲ ਇਹ ਕੰਮ ਕਰਨਾ ਪਏਗਾ ਕਿਉਂਕਿ ਕਿਚਨ ਗਾਰਡਨਿੰਗ ਦੇ ਵਿੱਚ ਤੁਹਾਨੂੰ ਅਗਰ ਫਾਇਦਾ ਹੋ ਰਿਹਾ ਹੁੰਦਾ ਤਾਂ ਤੁਹਾਨੂੰ ਬਹੁਤ ਸਾਰੇ ਮਸਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਆ। ਅਤੇ ਪਾਣੀ ਅਸੀਂ ਦੇ ਦਿੱਤਾ ਆ ਅਤੇ 2 ਘੰਟਿਆਂ ਬਾਅਦ ਦੁਬਾਰਾ ਇਹਨੂੰ ਪਾਣੀ ਦੇਵਾਂਗੇ, ਦੇਖਾਂਗੇ ਕਿ ਇਹਨੂੰ ਕਿੰਨੀ ਪਾਣੀ ਦੀ ਜ਼ਰੂਰਤ ਆ ਅਤੇ ਅਸੀਂ ਦੁਬਾਰਾ ਮਿਲਦੇ ਹਾਂ ਤੁਹਾਨੂੰ ਅਗਲੀ ਅਪਡੇਟ ਦੇ ਨਾਲ। ਉਮੀਦ ਕਰਦੇ ਹਾਂ ਕਿ ਇਹ ਜਿਹੜੇ ਅਸੀਂ ਬੀਜ ਲਾਏ ਆ ਇਹ ਸਾਰੇ ਦੇ ਸਾਰੇ ਉੱਗ ਪੈਣਗੇ। ਸੱਜਣੋ ਤੇ ਬੇਲੀਓ ਅਸੀਂ ਹਾਜ਼ਰ ਹਾਂ ਅਗਲੀ ਅਪਡੇਟ ਦੇ ਨਾਲ। ਜਿੱਦਾਂ ਕਿ ਤੁਸੀਂ ਦੇਖਦੇ ਪਏ ਹੋ ਕਿ ਪਾਲਕ ਦੇ ਪੌਦੇ ਉੱਗ ਚੁੱਕੇ ਨੇ। ਇਹਨਾਂ ਦੀ ਜਿਹੜੀ ਏਜ ਆ, ਇਹਨਾਂ ਦੀ ਉਮਰ ਆ ਤਕਰੀਬਨ 12 ਤੋਂ 13 ਦਿਨ ਹੋ ਚੁੱਕੀ ਆ ਅਤੇ ਤੁਸੀਂ ਦੇਖਦੇ ਪਏ ਹੋ ਤਕਰੀਬਨ ਜਿਹੜੇ ਅਸੀਂ ਬੀਜ ਲਾਏ ਸੀ ਉਹ ਸਾਰੇ ਦੇ ਸਾਰੇ ਉੱਗ ਚੁੱਕੇ ਆ। ਅਤੇ ਮੈਂ ਗੌਰ ਨਾਲ ਦੇਖਿਆ ਇਹ ਟੋਕਰੀ ਦੇ ਵਿੱਚ ਕੁਝ ਪੌਦੇ ਐਸੇ ਨੇ ਜਿਨ੍ਹਾਂ ਦੇ ਪੱਤੇ ਜਿਹੜੇ ਆ ਉਹ ਛਣਨੀ ਹੋ ਚੁੱਕੇ ਨੇ, ਯਾਨੀ ਉਹਨਾਂ ਪੱਤਿਆਂ ਦੇ ਵਿੱਚ ਮੋਰੀਆਂ ਹੋ ਚੁੱਕੀਆਂ ਆ। ਅਤੇ ਮੋਰੀਆਂ ਉਸ ਵਕਤ ਹੀ ਪੱਤਿਆਂ ਵਿੱਚ ਹੁੰਦੀਆਂ ਜਦੋਂ ਇਹਦੇ ਉੱਤੇ ਸੁੰਡੀ ਦਾ ਹਮਲਾ ਹੁੰਦਾ ਆ। ਅਤੇ ਸੁੰਡੀ ਜਦੋਂ ਪੌਦਿਆਂ ਉੱਤੇ ਹਮਲਾਵਰ ਹੁੰਦੀ ਆ ਅਤੇ ਦੇਖਦਿਆਂ ਚੰਦ ਦਿਨਾਂ ਦੇ ਅੰਦਰ ਉਹ ਸਾਰੇ ਦੇ ਸਾਰੇ ਪੱਤੇ ਖਾ ਲੈਂਦੀ ਆ। ਅਗਰ ਇਹਦਾ ਬਰ ਵਕਤ ਇੰਤਜ਼ਾਮ ਨਾ ਕੀਤਾ ਜਾਵੇ
ਤੇ ਸਿਰਫ ਖਾਲੀ ਟੋਕਰੀ ਬਚਦੀ। ਜਿਹੜੇ ਟੋਕਰੀ ਵਿੱਚ ਪੌਦੇ ਲੱਗੇ ਹੁੰਦੇ ਆ ਸੁੰਡੀ ਉਹਨਾਂ ਦਾ ਬਿਲਕੁਲ ਹੀ ਸਫਾਇਆ ਕਰ ਦਿੰਦੀ ਆ। ਦੋਸਤੋ ਤੁਸੀਂ ਅਗਰ ਆਰਗੈਨਿਕ ਗਾਰਡਨਿੰਗ ਕਰਦੇ ਆ ਤੇ ਤੁਹਾਨੂੰ ਟਾਈਮ ਤੇ ਪਤਾ ਲੱਗ ਗਿਆ ਆ ਕਿ ਇਹਦੇ ਉੱਤੇ ਸੁੰਡੀ ਜਾਂ ਕਿਸੇ ਕੀੜੇ ਦਾ ਹਮਲਾ ਹੋ ਚੁੱਕਿਆ ਹੈ ਤੇ ਤੁਸੀਂ ਉਹਨੂੰ ਕੋਸ਼ਿਸ਼ ਕਰੋ ਕਿ ਹੱਥ ਨਾਲ ਹੀ ਅੱਗੇ ਪਿੱਛੇ ਕਰ ਦਿਓ ਜਾਂ ਉਹਨੂੰ ਮਾਰ ਦਿਓ। ਅਗਰ ਹਮਲਾ ਉਹਨਾਂ ਦਾ ਇੰਨਾ ਵੱਧ ਗਿਆ ਆ ਕਿ ਤੁਹਾਡੇ ਕੋਲੋਂ ਹੱਥ ਨਾਲ ਕੰਟਰੋਲ ਨਹੀਂ ਹੋ ਸਕਦਾ ਤੇ ਫਿਰ ਤੁਸੀਂ ਇਹਦੇ ਉੱਤੇ ਕੋਈ ਪੈਸਟੀਸਾਈਡ ਦਾ ਸਪਰੇਅ ਕਰਕੇ ਇਹਨੂੰ ਮੁਕਾ ਸਕਦੇ ਹੋ।